आओ जो सतगुरां दी पावन पवित्र बाणी सुखमनी साहब जी दी अपनी लड़ीवार चल रही है विचार अगे आरंभ करिए। अज आपां चौथी अष्टपदी दे 6वें पदे दी विचार करन दा उद्यम उपराला कर रहे हैं। सतगुरु धन श्री गुरु अर्जन देव साहब जी महाराज अज दे इस पदे दे अंदर बड़ा गहराई दे अंदर लिजा के सानू समझाउण दा यतन कर रहे हैं। दुनियावी उदाहरणा दे के पातशाह समझा रहे हैं। सुण अंधा कैसे मार्ग पावै, कर गह लिहो ओढ़ निभावे। पातशाह समझा रहे हैं कि जिस तरह कोई इंसान जिहदी अखां दी रोशनी नहीं, ਉਹਨੂੰ ਆਪਾਂ बोल के ये कह दईए कि भाई तू इस पासे नूं चलिया जा ਜਾਂ इधरले पासे तेरा घर है, ਉਹਨੂੰ ਵਿਚਾਰੇ ਨੂੰ ਭੇਦ नहीं आवेगा। जिन्ना चिर ਆਪਾਂ ਉਹਦਾ हथ फड़ के ਉਹਨੇ ਜਿਹੜੇ पासे जाना उधर छड्ड के नहीं आउंदे ਜਾਂ ਆਪਦੇ ਘਰੇ ਜਾਣਾ ਉਹਨੂੰ ਪਹੁੰਚਦਾ नहीं करदे ਤਾਂ ਉਹਨੂੰ ਵਿਚਾਰੇ ਨੂੰ ਇਸ ਗੱਲ ਦਾ ਭੇਦ नहीं लगेगा। कर गह लिहो ओढ़ निभावे, कहाँ बुझारत बूझे डोरा, निस कहिए तो समझे भोरा। अगे हुण उदाहरण दे रहे आ कि कोई ऐसा इंसान जिहड़ा कन्नां तो बोला होवे, ਉਹਨੂੰ ਆਪਾਂ सिर्फ इशारे दे नाल ही, क्योंकि ਉਹਨੂੰ सुनाई नहीं दिंदा, इशारा कर सकते हैं किसी विधि नाल कि हुण दिन है हुण रात है। अगे समझा रहे हैं कहाँ विशन पद गावे गुंग, जतन करे तो की सुर भंग। कि जिहड़ा इंसान हुण मुख तो गुंगा है, वो किवें अपनी मुख दे नाल विशन पदे गा सकदा, उस प्रभु दे गीत गा सकदा। जे वो जतन भी करेगा तो ओदी जिहड़ी सुर है वो भंग हो जाएगी। कहे पिंगल पर्वत पर भवन, नहीं होत ऊहा उस गवन। कि कोई इंसान लूला है, पिंगला है, जिहदे हथ पैर पूरी तरह काम नहीं करते, वो पर्वत पहाड़ दे उपर किवें चढ़ सकेगा। नहीं होत ऊहा उस गवन। वो तो बेचारे तो चाहुंदे होए तो भी जिहदे हुण हथ पैर ठीक नहीं है, वो पर्वत तो पार किवें होवे। ये दुनियावी पक्ष की उदाहरण दे के सानू समझाया। हुण आपां नूं जो पातशाह गहराई दे अंदर जाके समझाउणा चाहुंदे आ, ओहदी आपां विचार नाल जुड़ीए। सुण अंधा कैसे मार्ग पावे, कर गह लिहो ओढ़ निभावे। कि इंसान कई बार आ नेत्र हुंदियां होइयां भी अंधा हो जांदा, क्योंकि गुरबाणी अंदर पातशाह आपां नूं समझा रहे हैं। अंधे एह ना आखी है, जन मुख लोयन नाहे, अंधे से नानका खसमों कुत्थे जाहे। कि ओ इंसानां नूं अंधे ना कहो जिन्हां दी किसी कारण अखां दी रोशनी नहीं। अंधे किहड़े आ, ਜਿਹੜੇ अपने मालिक परमात्मा नूं भुल चुके आ, ਉਹਦੇ नालों टुट चुके आ, ਉਹਦੇ ਮਿਲਾਪ ਦਾ ਜਿਹੜਾ ਰਸਤਾ ਹੈ ਉਹਨੂੰ ਭੁੱਲ ਚੁੱਕੇ ਆ, ਉਹਦੇ ਪਿਆਰ ਨੂੰ ਭੁੱਲ ਚੁੱਕੇ ਆ, ਤੇ ਆਪਣਾ ਜਿਹੜਾ ਅਸਲੀ ਘਰ ਆ ਸਾਰਿਆਂ ਦਾ ਉਸ ਰਸਤੇ ਨੂੰ ਭੁੱਲ ਚੁੱਕੇ ਆ। ਕਿਉਂਕਿ ਜਿੱਥੇ ਆਪਾਂ ਸੰਸਾਰ ਦੇ ਅੰਦਰ ਆਏ ਆ, ਇਹਨੂੰ ਗੁਰਬਾਣੀ ਦੇ ਅੰਦਰ ਮਾਇਆ ਦਾ ਦੇਸ਼ ਤੇ ਕਾਲ ਦਾ ਦੇਸ਼ ਲੋਕ ਦੇ ਨਾਂ ਦਿੱਤੇ ਗਏ ਆ। ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ ਉਹਨੂੰ ਗੁਰਬਾਣੀ ਦੇ ਅੰਦਰ ਸੱਚਖੰਡ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕਹਿੰਦੇ ਨੇ, ਅਬਚਲ ਨਗਰ ਕਹਿੰਦੇ ਨੇ, ਪ੍ਰਲੋਕ ਦਰਗਾਹ ਦੇ ਨਾਂ ਦਿੱਤੇ ਗਏ ਆ। ਹੁਣ ਇੱਕ ਵਾਰ ਅਸੀਂ ਆਪਣੇ ਅਸਲੀ ਘਰ ਨੂੰ ਛੱਡ ਕੇ ਆ ਬਗਾਨੇ ਮਾਇਆ ਦੇ ਘਰ 'ਚ ਆ ਕੇ
ਇੰਨੇ ਅਸੀਂ ਅੰਧੇ ਹੋ ਚੁੱਕੇ ਹਾਂ, ਸਾਨੂੰ ਆਪਣੇ ਘਰ ਦਾ ਰਸਤਾ ਨਹੀਂ ਦਿਖਾਈ ਦਿੰਦਾ। ਤੇ ਇੱਥੇ ਹੁਣ ਹੋਰ ਵੀ ਆਪਾਂ ਸਮਝਣਾ ਕਿ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਅੰਦਰ ਸਾਡੇ ਅਸਲੀ ਘਰ ਦੀ ਪਹਿਚਾਣ ਦੱਸੀ ਗਈ ਹੈ ਸਾਨੂੰ ਕਿ ਤੁਹਾਡਾ ਅਸਲੀ ਘਰ ਹੈ ਨਿਰੰਕਾਰ ਦਾ ਦੇਸ਼। ਇਹ ਰਸਤਾ ਹੈ, ਤੁਸੀਂ ਧਰਮ ਦਾ ਗਿਆਨ ਲੈ ਕੇ ਉਸ ਰਸਤੇ ਦੀ ਖੋਜ ਕਰਨੀ ਹੁੰਦੀ ਹੈ। ਹੁਣ ਜੇ ਜੀਵ ਖੋਜ ਨਹੀਂ ਕਰਦਾ, ਸਾਡੀ ਹਾਲਤ ਕੀ ਹੈ? ਉਸ ਅੰਧੇ ਵਿਅਕਤੀ ਵਾਲੀ ਜਿਹਨੂੰ ਬੋਲ ਕੇ ਤਾਂ ਦੱਸਿਆ ਜਾ ਰਿਹਾ ਜਾਂ ਉਹ ਆਪ ਬੋਲ ਕੇ ਸੁਣ ਰਿਹਾ, ਪਰ ਉਹਨੂੰ ਅੱਗੇ ਕੋਈ ਰਸਤਾ ਨਹੀਂ ਦਿੰਦਾ, ਕੋਈ ਵਾਹ ਫੜਨ ਵਾਲਾ ਨਹੀਂ ਹੈ ਜਿਹੜਾ ਉਹਨੂੰ ਆਪਦੇ ਘਰੇ ਲੈ ਜੇ। ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਅੰਦਰ ਆਪਾਂ ਨੂੰ ਗਿਆਨ ਦਿੱਤਾ ਗਿਆ ਕਿ ਜਦੋਂ ਕਿਸੇ ਇਨਸਾਨ ਦੀ ਕਿਰਪਾ ਦੇ ਦਿਨ ਆਉਂਦੇ ਆ, ਉਹਨੂੰ ਸੰਗਤ 'ਚੋਂ ਆ ਕੇ ਫਿਰ ਇਹ ਸੋਝੀ ਆਉਂਦੀ ਆ ਕਿ ਅਸੀਂ ਉਸ ਰਸਤੇ ਦੀ ਕਿਵੇਂ ਖੋਜ ਕਰਨੀ ਆ ਜਿਹੜਾ ਆਪਣੇ ਅਸਲੀ ਘਰ ਵੱਲ ਨੂੰ ਜਾਂਦਾ। ਤਾਂ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ। ਜਦੋਂ ਅਸੀਂ ਆਪਣੀ ਰਚਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ ਤੇ ਖੋਜੀ ਬਣਦੇ ਹਾਂ, ਹੌਲੀ ਹੌਲੀ ਸਾਨੂੰ ਉਸ ਰਸਤੇ ਦੀ ਸੋਝੀ ਆਉਣੀ ਸ਼ੁਰੂ ਹੁੰਦੀ ਹੈ। ਤੇ ਜਿਹਦੇ ਵਾਸਤੇ ਆਪਾਂ ਨੂੰ ਇਹ ਗਿਆਨ ਦਿੱਤਾ ਗਿਆ ਕਿ ਤੁਸੀਂ ਗਿਆਨ ਲੈ ਕੇ ਗੁਰਬਾਣੀ ਦਾ ਜਾਂ ਜਿਹੋ ਜਿਹੇ ਧਰਮ 'ਚ ਪੈਦਾ ਹੋਏ ਹੋ ਉਸ ਧਰਮ ਦੇ ਗ੍ਰੰਥਾਂ ਦਾ ਗਿਆਨ ਲੈ ਕੇ ਫਿਰ ਪ੍ਰੈਕਟੀਕਲ ਕਰਨਾ ਹੁੰਦਾ। ਜਦੋਂ ਆਪਾਂ ਬੈਠ ਕੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਹੌਲੀ ਹੌਲੀ ਸਮਾਂ ਫਿਰ ਇੱਕ ਇਹੋ ਜਿਹਾ ਬਣਦਾ, ਆ ਜਿਹੜੇ ਨੇਤਰਾਂ ਦੇ ਨਾਲ ਅਸੀਂ ਦੁਨੀਆ ਦਾ ਪਰਾਇਆ ਤਨ ਪਰਾਇਆ ਧਨ ਸਾਰੀ ਦਿਹਾੜੀ ਰੰਗ ਤਮਾਸ਼ੇ ਵੇਖਦੇ ਹਾਂ, ਇਹ ਨੇਤਰ ਸਾਡੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ। ਬੰਦ ਇਉਂ ਨਹੀਂ ਕਿ ਸਾਨੂੰ ਦਿਸਣਾ ਸ਼ੁਰੂ ਹੋ ਜਾਂਦਾ, ਫਿਰ ਇਹਨਾਂ ਨੇਤਰਾਂ ਦੇ ਨਾਲ ਜੋ ਪਾਤਸ਼ਾਹ ਰੋਜ਼ ਆਪਾਂ ਨੂੰ ਸਮਝਾਉਂਦੇ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਿ ਕਾ ਰੂਪ ਹੈ, ਪਰ ਹਰੀ ਦਾ ਰੂਪ ਕਦੋਂ ਦਿਸੇਗਾ? ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਫੇਰ ਹੌਲੀ ਹੌਲੀ ਜਦੋਂ ਇਨਸਾਨ ਮਿਹਨਤ ਕਰਦਾ, ਇੱਕ ਅਵਸਥਾ ਐਸੀ ਬਣਦੀ ਹੈ ਜਦੋਂ ਸਾਡੇ ਅੰਦਰ ਮਾਲਕ ਦਾ ਨਾਮ ਪ੍ਰਗਟ ਹੁੰਦਾ ਹੈ, ਜਿਹਨੂੰ ਦਾਮਨ ਵੀ ਕਹਿਤਾ, ਕਿਰਪਾ ਦਾ ਹੱਥ ਵੀ ਕਹਿਤਾ। ਉਹ ਫਿਰ ਸਾਡੀ ਇਸ ਸੁਰਤ ਨੂੰ ਹੱਥ ਫੜ ਕੇ ਆਪਣੇ ਮਾਲਕ ਅਸਲੀ ਘਰ ਦੇ ਅੰਦਰ ਪਹੁੰਚਦਾ ਕਰ ਦਿੰਦਾ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਅੰਧੇ ਮਨੁੱਖ ਨੂੰ ਤਰਸ ਕਰਕੇ ਲੋਕ ਸੜਕ ਪਾਰ ਕਰਵਾ ਦਿੰਦੇ ਆ, ਉਹਦੇ ਘਰੇ ਛੱਡੇ ਆਉਂਦੇ ਆ, ਰਸਤਾ ਭੁੱਲ ਜੇ ਰਸਤਾ ਦਿਖਾ ਦਿੰਦੇ ਆ। ਇਸੇ ਤਰ੍ਹਾਂ ਅਗਿਆਨਤਾ ਦੇ ਹਨੇਰੇ 'ਚ ਅੰਧੇ ਹੋਏ ਮਨੁੱਖ ਨੂੰ ਜਦੋਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੁੰਦੀ ਆ, ਉਹ ਗਿਆਨ ਦਾ ਅੰਜਨ ਸਾਡੇ ਬੁੱਧੀ ਰੂਪੀ ਨੇਤਰਾਂ 'ਚ ਪੈਂਦਾ, ਫੇਰ ਇਹ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੁੰਦਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅੱਗੇ ਮਹਾਰਾਜ ਸਮਝਾ ਰਹੇ ਹਨ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਏ ਤੋ ਸਮਝੈ ਭੋਰਾ। ਡੋਰਾ ਕਹਿੰਦੇ ਨੇ ਬੋਲੇ ਮਨੁੱਖ ਨੂੰ। ਹੁਣ ਬੋਲੇ ਮਨੁੱਖ ਦੇ ਅੱਗੇ ਤੁਸੀਂ ਕੁਝ ਬੋਲੋ, ਉਹਨੂੰ ਵਿਚਾਰੇ ਨੂੰ ਸੁਣਾਈ ਨਹੀਂ ਦਿੰਦਾ, ਉਹਨੂੰ ਕੋਈ ਬੁਝਾਰਤ ਪਾਓ, ਜਦੋਂ ਉਹਨੂੰ ਸੁਣਦਾ ਹੀ ਨਹੀਂ ਉਹ ਵਿਚਾਰਾ ਦੱਸੇਗਾ ਕੀ? ਉਹ ਤਾਂ ਇਸ਼ਾਰੇ ਨਾਲ ਚੱਲੇਗਾ। ਇਸ਼ਾਰਾ ਸਮਝ ਜਾਂਦਾ ਹੁੰਦਾ ਬੋਲਾ ਬੰਦਾ, ਦਿਨ ਕਹਿ ਦਿਓ ਤੇ ਇਸ਼ਾਰੇ ਨਾਲ ਉਹ ਸਮਝ ਜੂਗਾ, ਰਾਤ ਕਹਿ ਦਿਓ ਉਹ ਸਮਝ ਜੂਗਾ। ਤਾਂ ਪਾਤਸ਼ਾਹ ਸਮਝਾ ਰਹੇ ਹਨ, ਐਸਾ ਹੀ ਸਾਡੇ ਜੀਵਨ ਦੀ ਇੱਕ ਬੁਝਾਰਤ ਹੈ ਜੋ ਸਾਨੂੰ ਆ ਕੰਨਾਂ ਦੇ ਰਾਹੀਂ ਸੁਣਦਿਆਂ ਹੋਇਆਂ ਨੂੰ ਵੀ ਮਾਲਕ ਦੀ ਜਿਹੜੀ ਬਾਣੀ ਦਾ ਉਪਦੇਸ਼ ਹੈ ਉਹ ਬੁਝਾਰਤ ਸਮਝ ਨਹੀਂ ਆਉਂਦੀ। ਜਿਵੇਂ ਬੁਝਾਰਤ ਆਪਾਂ ਨੂੰ ਪਾਈ ਹੋਈ ਆ ਗੁਰਬਾਣੀ ਦੇ ਅੰਦਰ ਕਿ ਭਾਈ ਤੁਸੀਂ ਆਪਦੇ ਆਪ ਨੂੰ ਬਹੁਤ ਗਿਆਨਵਾਨ ਸਮਝਦੇ ਹੋ, ਤਾਂ ਇੱਕ ਬੁਝਾਰਤ ਹੈ, ਇਸ ਨੂੰ ਬੁੱਝੋ। ਕੀ ਪਾਈ ਬੁਝਾਰਤ
पातशाह कहते पौन पानी अग्नि का मेल, चंचल चप्पल बुद्ध का खेल, 9 दरवाजे 10वां द्वार, गुजरे ज्ञानी ये विचार। कि भाई तुसी बड़े ज्ञानवान तां हो, किते इस गल की जानकारी बुझारत नूं बुझो कि तुहाडा ये 10 द्वारां दा जिहड़ा शरीर आ ये किवें तैयार हुंदा ते इस दे अंदर जिहड़ी साडी सुरत है वो किवें खेलदी है। ते फिर जे ये बुझारत तुसी बुझ लए तां इहदे अंदर फिर तुसी सुनो अगे जाके होर बुझारत पाती, कथता बखता सुनता सोई, आप विचारे सो ज्ञानी होई। कहते इहदे च कौन बोलदा, कौन सुनदा, कौन विचार करदा। जे तुसी अपने आप दी विचार कर ली तां तुसी ज्ञानी हो, जे इन्हां गल्लां दा तुहानूं भेद नहीं तां अज्ञानी। हुण पातशाह सानूं इशारे कर रहे आ गुरबाणी दे अंदर कि ए भोले इंसान तू कन्नां दे हुंदिआं भी बोला होया फिरदा। तैनूं सतगुरु पातशाह दी बाणी वार वार इशारा कर रही है, पर तेरे ते असर नहीं हो रहा, क्यों तू सुनदा नहीं है, कन्न हुंदिआं भी बोला हो गया। तेरी आदत कन्नां दी ये बन गई जो पातशाह रोज समझाउंदे आ, ए सरवण हो मेरे हो साचे सुनने 9 पठाए, साचे सुनने 9 पठाए, शरीर लाए सुनो सत बाणी, जित सुनी मन तन हरिया होआ रचना रस समाणी। पर नहीं तू सुनदा बाणी, तो तां सारा दिन लोकां दी निंदिया चुगली झूठ जो भी संसार दी भाषा ये तैनूं बहुत छेती समझ आउंदी है। तैनूं कोई इशारे दे नाल समझा देवे कि रब नां दी कोई चीज़ नहीं है, तू झट मन्नण नूं तैयार है। तू कह देने कि इत्थे कोई पुन्न पाप नहीं, तू झट मन्नण नूं तैयार है। तैनूं कोई ये समझा देवे कि आ जग मिठा अग्गा किहने जट्ठा, तू झट मन्नण नूं तैयार है। तैनूं कोई कह दे कि सिर्फ आ दुनिया का पदार्थ इकट्ठा कर, इहदे वास्ते चाहे तू गरीबां दे हक मार, ठगियां मार, धोखे कर, तू मन्नण नूं तैयार है। पर पातशाह कहंदे जिहड़ा इशारा गुरबाणी कर रही है, देखो ना आपां किवें एक दूजे दे इशारे समझदे हैं। कई इंसानां 'च ऐसी कला वो बिना बोलिया ही इशारियां दे नाल ही लोकां नूं कमले कर दिंदे आ। इस करके पातशाह समझा रहे हैं जिहड़ा इशारा तू समझना, कहाँ बुझारत बूझे डोरा, निस कहीए तो समझे भोरा। तेरी तां हालत वो बोलियां वर्गी हो गई, तैनूं सुणदा तां है नहीं, इशारे दे नाल ही जिधर नूं कोई मर्जी लै तुरे। जिवें अज धर्म दे नां ते आपां देखदे आ किवें लोक जिहड़े चलाक बुद्धि वाले लोक आ, ਉਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਾਲੋਂ ਤੋੜ ਕੇ, ਸੱਚ ਦੇ ਨਾਲੋਂ ਤੋੜ ਕੇ ਕਿਵੇਂ ਆਪਣੇ ਮਗਰ ਲਾਈ ਤੁਰੇ ਫਿਰਦੇ ਆ। ਕਿਵੇਂ ਸਾਨੂੰ ਵਹਿਮਾਂ ਭਰਮਾਂ ਦੇ ਅੰਦਰ ਪਾ ਪਾ ਕੇ ਸਾਡੇ ਆ ਪਰਿਵਾਰਾਂ 'ਚ ਵੀ ਕਲੇਸ਼ ਖੜਾ ਕਰ ਦਿੱਤਾ ਜਾਂਦਾ। ਕਿਉਂਕਿ ਹੁੰਦਾ ਕੀ ਆ, 3-4 ਭਰਾ ਹੁੰਦੇ ਆ, ਇਕੱਠੇ ਰਹਿੰਦੇ ਆ। ਪਹਿਲਾਂ ਕਿਸੇ ਕਾਰਨ ਦੁਨੀਆ ਦਾ ਖੇਡ ਆ, ਸਾਡੇ 'ਚ ਵਿਚਾਰਾਂ ਦਾ ਟਕਰਾਓ ਹੋ ਗਿਆ, ਅਸੀਂ ਵੱਖਰੇ ਵੱਖਰੇ ਹੋ ਗਏ। ਜੇ ਤਾਂ ਕੋਈ ਗੁਰਮਤਿ ਨਾਲ ਜੁੜਿਆ ਤਾਂ ਬਚ ਜੂਗਾ, ਨਹੀਂ ਫਿਰ ਜੀਵ ਕਿਸੇ ਦਾ ਕਾਰੋਬਾਰ ਥੋੜ੍ਹਾ ਬਹੁਤ ਵੱਧ ਚੱਲ ਗਿਆ, ਕਿਸੇ ਦਾ ਘੱਟ ਚੱਲ ਗਿਆ, ਉਹ ਫਿਰ ਇਹਨਾਂ ਲੋਕਾਂ ਕੋਲੇ ਜਾਣੇ ਸ਼ੁਰੂ ਕਰਦੇ ਆ, ਜੀ ਸਾਡਾ ਕਾਰੋਬਾਰ ਚੱਲਦਾ ਨਹੀਂ, ਸਾਡੇ ਭਰਾ ਦਾ ਬੜਾ ਚੱਲਦਾ। ਉਹ ਕਹਿੰਦੇ ਜੀ ਤੁਹਾਨੂੰ ਕਿਸੇ ਦਾ ਕੁਛ ਕਰਾਇਆ ਗਿਆ। ਕਿਹਨੇ ਕਰਾਤਾ? ਕਰਾਉਣਾ ਕਿਹਨੇ ਆ ਜੀ? ਤੁਹਾਡਾ ਕੋਈ ਆਪਦਾ ਹੀ ਹੈ। ਇੰਨੀ ਸਾਡੇ ਮਨਾਂ ਦੇ ਅੰਦਰ ਨਫ਼ਰਤ ਪਾ ਦਿੱਤੀ ਜਾਂਦੀ ਹੈ, ਅਸੀਂ ਇੱਕ ਦੂਸਰੇ ਤੋਂ ਬੋਲਣ ਤੋਂ ਵੀ ਦੂਰ ਚਲੇ ਗਏ। ਮਨ ਦੇ ਅੰਦਰ ਹਰ ਸਮੇਂ ਭਰਮ, ਕੋਈ ਤੁਰਿਆ ਜਾਂਦਾ ਬੰਦਾ ਹੋਰ ਸ਼ਰਾਰਤ ਹੀ ਕਰ ਦੇਵੇ, ਕਿਸੇ ਦੇ ਬੂਹੇ ਅੱਗੇ ਕੋਈ ਵਸਤੂ ਸੁੱਟ ਜਾਵੇ, ਸਾਡੀ ਸ਼ੰਕਾ ਆਪਦੇ ਪਰਿਵਾਰ 'ਤੇ ਜਾਂਦੀ ਤੇ ਐਡਾ ਦਫਾੜ ਵੱਧ ਜਾਂਦਾ ਕਿ ਅਸੀਂ ਆਪਦੇ ਜੀਵਨ ਦੀ ਬਰਬਾਦੀ ਦਾ ਮੁੱਢ ਆਪ ਹੀ ਬੰਨ੍ਹ ਲੈਂਦੇ ਹਾਂ। ਤਾਂ ਪਾਤਸ਼ਾਹ ਸਮਝਾ ਰਹੇ ਆ, ਭਾਈ ਕਿਉਂ ਬੋਲਾ ਹੋ ਗਿਆ ਤੂੰ? ਤੈਨੂੰ ਦੁਨੀਆ ਦੇ ਇਸ਼ਾਰੇ ਤਾਂ ਸਮਝਦੇ ਆ,
पर जो पातशाह काल पुरख की बाणी सानू ज्ञान दे रही है, उस इशारे नूं समझण दा यतन कर। ते जे ये दुनिया के इशारे क्यों ये तां समझ आवे जे सुनीए। हालत तां हुण ऐसी है, कई इंसानां दी बहुत ज़्यादा मेहनत आ गुरबाणी दा पाठ करन दी, पर उन्हां दी सुरती एक जगह एक सैकेंड एक मिनट भी नहीं टिकदी, क्योंकि मुख तो बाणी पढ़ी जा रही है ते सुरती किते गैर हाजिर हो रही है। इसे करके गुरु नानक दे घर ने सानू ढंग दस्सिया कि रसना गाईए, श्रवणी सुणीए, हिरदे ध्याईए सोई के भाई। ये पाठ लोकां नू सुनाउण वास्ते नहीं है, ये जदों तो करना पढ़ना आप सुनिया कर ते फिर इनू समझण दी कोशिश करिया करके इहदे अंदर समझाया की गया। ਤਾਂ ਜੇ ਮਹਾਰਾज ਕਹਿੰਦੇ ਹੁਣ ਬੰਦਾ ਬੋਲਾ ਹੀ ਹੋਇਆ ਬੈਠਾ ਕੰਨਾਂ ਦੇ ਹੁੰਦਿਆਂ ਤੋਂ, ਉਹਦਾ ਫਿਰ ਕੀ ਇਲਾਜ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਏ ਤੋ ਸਮਝੈ ਭੋਰਾ। ਕਹਾਂ ਬਿਸ਼ਨ ਪਦ ਗਾਵੇ ਗੁੰਗ, ਯਤਨ ਕਰੈ ਤੋ ਕੀ ਸੁਰ ਭੰਗ। ਹੁਣ ਕਹਿੰਦੇ ਜਿਹੜਾ ਗੁੰਗਾ ਬੰਦਾ, ਗੁੰਗਾ ਤਾਂ ਵਿਚਾਰਾ ਜਿਹੜਾ ਹੈ ਕੁਦਰਤੀ, ਉਹ ਤਾਂ ਮਾਲਕ ਜਾਣੇ ਕੀ ਖੇਡਦਾ, ਬੋਲਿਆ ਹੀ ਨਹੀਂ ਜਾਂਦਾ। पर उदाहरण दे रहे हैं, कहते जो विशन पदे गीत गाने चाहे तां भी उसकी सौरा जिहड़ी भंग हो जाती है। असीं गुंगे कदों हो जाते हैं, जदों सानू कोई कहे कि उच्ची बोल के बाणी का पाठ कर, साडी रसना तो आवाज़ नहीं निकलती। सानू कोई कहे कि बैठ के उच्ची उच्ची बोल के गुरमंत्र का अभ्यास करो, असीं गुंगे बन जाते हैं। सानू कोई कहे कि इन्हां रसना दे नाल उस प्रभु की उस्तत वडियाई करो, तो साडा मुख गुंगा हो जाता है। ते जदों फिर दुनिया दीयां गल्लां चलदियां, एक दूजे दे उपर दी बाह चक चक के असीं किसी नूं गल नहीं करन दिंदे, एडे एडे झूठ तफान बोलदे आ, ऐसियां गल्लां करदे आ कि मैनूं ही सारी गल दा पता, होर किसी नूं पता नहीं। तां सतगुरु पातशाह समझा रहे आ, गुंगा हो गया। ਜਿਹੜੇ ਪਾਸੇ ਗੁੰਗਾ ਹੋਣਾ ਸੀ ਉਸ ਪਾਸੇ ਹੋਇਆ ਨਹੀਂ, ਤੇ ਕਿਉਂ ਜਿਹੜੇ ਪਾਸਿਓਂ ਪਿੰਗਲਾ ਹੋਣਾ ਸੀ ਉਸ ਪਾਸਿਓਂ ਪਿੰਗਲਾ ਹੋਇਆ ਨਹੀਂ, ਜਿਹੜੇ ਪਾਸਿਓਂ ਬੋਲਾ ਹੋਣਾ ਸੀ ਉਸ ਪਾਸਿਓਂ ਬੋਲਾ ਹੋਇਆ ਨਹੀਂ। ਉਹ ਕੌਣ ਹੋਇਆ ਬੋਲਾ? ਉਹ ਭਗਤ ਕਬੀਰ ਜੀ ਫਿਰ ਇੱਕ ਸਲੋਕ ਦੇ ਅੰਦਰ ਆਪਾਂ ਨੂੰ ਸਮਝਾਉਂਦੇ ਆ। ਉਹ ਕਹਿੰਦੇ ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਬੁਹ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਕਹਿੰਦੇ ਜਦੋਂ ਸਾਡੇ ਹਿਰਦੇ ਦੇ ਅੰਦਰ ਸਤਿਗੁਰ ਦੀ ਬਾਣੀ ਦਾ ਬਾਣ ਵੱਜਿਆ, ਫਿਰ ਕਹਿੰਦੇ ਇਨਸਾਨ ਗੁੰਗਾ ਹੋ ਗਿਆ। ਗੁੰਗਾ ਕਿਹੜੀ ਗੱਲੋਂ ਹੋ ਗਿਆ? ਉਹ ਦੁਨੀਆ ਦੀ ਨਿੰਦਿਆ ਚੁਗਲੀ ਤੇ ਮਾੜੇ ਬਚਨ ਬੋਲਣੇ ਬੰਦ ਕਰਤੇ ਉਹਨੇ। ਗੁੰਗਾ ਹੁਆ ਬਾਬਰਾ, ਤੇ ਨਾਲ ਹੀ ਝੱਲਾ ਹੋ ਗਿਆ, ਕਮਲਾ ਹੋ ਗਿਆ। ਕਿਹੜੀ ਗੱਲੋਂ ਕਮਲਾ ਹੋ ਗਿਆ? ਦੁਨੀਆ ਦੀਆਂ ਚਤਰਾਈਆਂ ਛੱਡਤੀਆਂ। ਕਿਉਂਕਿ ਦੁਨੀਆ 'ਚ ਉਸ ਬੰਦੇ ਨੂੰ ਸਿਆਣਾ ਗਿਣਿਆ ਜਾਂਦਾ ਜਿਹੜਾ ਬਹੁਤ ਦੁਨੀਆ ਦੇ ਅੰਦਰ ਇੱਕ ਦੂਸਰੇ ਨੂੰ ਪਾੜਨਾ ਹੋਵੇ, ਇੱਕ ਦੂਸਰੇ ਦੀ ਹੇਠੀ ਕਰਨੀ ਹੋਵੇ, ਤੇ ਉਹਨੂੰ ਸਿਆਣਾ ਗਿਣਦੇ ਆ। ਤੇ ਗੁਰਬਾਣੀ ਚਤਰਾਈਆਂ ਬਹੁਤ ਜਾਣਦਾ ਹੋਵੇ। ਤੇ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਆ कि जिहड़ी चितराई आ ये मन चंचला, चितराई किने ना पाया। चितराई नाल परमात्मा दे नेड़े कित्थे लग्या जावेगा। भगत कबीर जी कहंदे फिर वो चितराइयां छड्ड के गुंगा हुआ बावरा, झल्ला हो गया। काहदे च? आ दुनिया दा प्यार छड्ड के परमात्मा दे प्यार च मस्त हो गया। ਉਹਨੂੰ ਭੇਦ ਆ ਗਿਆ कि आ दुनिया कैसी आ, नानक दुनिया कैसी होई, ਸਾਲ ਕਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਟਿਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਿ ਆ ਜਿਹੜੀ ਦੁਨੀਆ ਦੀ ਖਾਤਰ ਅਸੀਂ ਆਪਣਾ ਧਰਮ ਵੀ ਲਾ ਤੇ ਲਾ ਦਿੰਦੇ ਆ, ਇੱਥੇ ਮਦਦ ਕਰਨ ਵਾਲਾ ਕੌਣ ਹੈ? ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ ਬਾਣੀ ਅੰਦਰ ਭਗਤ ਕਬੀਰ ਜੀ ਦੇ ਵਚਨ। ਕਹਿੰਦੇ ਜਦੋਂ ਸਤਿਗੁਰ ਸੂਰਮੇ ਨੇ ਬਾਣ ਮਾਰਿਆ, ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਬੁਹ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ।
ਗੁੰਗਾ ਹੋ ਗਿਆ, ਝੱਲਾ ਹੋ ਗਿਆ, ਦੁਨੀਆ ਦੀ ਪ੍ਰਵਾਹ ਛੱਡਤੀ ਤੇ ਬਹਿਰਾ ਹੋ ਗਿਆ, ਕੰਨਾਂ ਤੋਂ ਬੋਲਾ ਹੋ ਗਿਆ। ਕਿਉਂ ਬੋਲਾ ਹੋ ਗਿਆ? ਆ ਦੁਨੀਆ ਦੀ ਨਿੰਦਿਆ ਆਦਿਕ ਦੀਆਂ ਗੱਲਾਂ ਸੁਣਨੀਆਂ ਛੱਡ ਕੇ ਉਸ ਪਰਮਾਤਮਾ ਦੇ ਨਾਮ ਨੂੰ ਸੁਣਨਾ ਸ਼ੁਰੂ ਕੀਤਾ। ਪਾਬੋ ਤੇ ਪਿੰਗਲ ਭਰਿਆ ਤੇ ਪੈਰਾਂ ਤੋਂ ਪਿੰਗਲਾ ਹੋ ਗਿਆ, ਲੂਲਾ ਹੋ ਗਿਆ। ਕਿਵੇਂ ਹੋ ਗਿਆ? ਜਿਹੜੇ ਪੈਰ ਸਾਡੇ ਮੰਦ ਕਰਮਾਂ ਵੱਲ ਨੂੰ ਜਾਂਦੇ ਆ ਉਹ ਰੁਕ ਗਏ ਤੇ ਕਿ ਸਤਿਗੁਰ ਦੇ ਬਾਣੀ ਦੇ ਬਾਣਾ ਦੁਆਰ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਬੁਹ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ ਜਿਹੜਾ ਗੁੰਗਾ ਬੰਦਾ ਉਹ ਕਿਵੇਂ ਵਿਸ਼ਨ ਪਦੇ ਗਾਵੇ। ਗੁੰਗੇ ਅਸੀਂ ਉਦੋਂ ਹੋ ਜਾਂਦੇ ਆ ਜਦੋਂ ਸਾਡੇ ਮੁਖ ਤੋਂ ਪ੍ਰਭੂ ਦੀ ਉਸਤਤ ਦੀ ਆਵਾਜ਼ ਨਹੀਂ ਨਿਕਲਦੀ। ਗੁੰਗੇ ਅਸੀਂ ਉਦੋਂ ਹੋ ਜਾਂਦੇ ਆ ਜਦੋਂ ਅਸੀਂ ਸਤਿਗੁਰ ਦੀ ਬਾਣੀ ਪਿਆਰ ਨਾਲ ਪੜ੍ਹਦੇ ਨਹੀਂ, ਮੁਖ ਬੰਦ ਕਰ ਲੈਂਦੇ ਆ, ਅੱਖਾਂ ਤੇ ਸੁਰਤੀ ਦੁਆਰਾ ਫੇਰੀ ਜਾਂਦੇ ਆ ਤੇ ਸਾਡੀ ਸੋਚ ਕਿਤੇ ਹੋਰ ਤੁਰੀ ਫਿਰਦੀ ਹੁੰਦੀ ਹੈ। ਤੇ ਉਹ ਆਪਾਂ ਵੇਖ ਲਓ ਸੰਸਾਰ ਦੀ ਖੇਡ, ਚਾਰ ਗੁਰਮੁਖ ਇਕੱਠੇ ਹੋ ਜਾਣ ਜਾਂ ਬੀਬੀਆਂ ਇੱਕ ਦੂਜੇ ਦੇ ਉੱਪਰ ਦੀ ਬਾਹਾਂ ਚੁੱਕ ਚੁੱਕ ਕੇ ਅਸੀਂ ਸਿਆਣੇ ਬਣ ਬਣ ਕੇ ਦਿਖਾਉਂਦੇ ਹੁੰਦੇ ਆ। ਕਈ ਵਾਰ ਤਾਂ ਐਸੀ ਵੀ ਹਾਲਤ ਬਣ ਜਾਂਦੀ ਆ, ਧਾਰਮਿਕ ਸਥਾਨਾਂ ਤੇ ਸੇਵਾ ਕਰਦਾ, ਜੇ ਕੋਈ ਭਾਂਡੇ ਮਾਂਜਦਾ ਉਹ ਭਾਂਡੇ ਖੜਕਾ ਛੱਡਦਾ ਕਿ ਲੋਕ ਮੈਨੂੰ ਵੇਖ ਲੈਣ ਮੈਂ ਭਾਂਡੇ ਮਾਂਜ ਰਿਹਾ। ਕਿਉਂਕਿ ਸਾਡੀ ਆਦਤ ਇਹ ਬਣ ਗਈ, ਅਸੀਂ ਗੁਰੂ ਦੀ ਬਾਣੀ ਦੁਆਰਾ ਸਮਝਿਆ ਨਹੀਂ ਕਿ ਸੇਵਾ ਲੋਕਾਂ ਨੂੰ ਨਹੀਂ ਦਿਖਾਉਣੀ। ਅਸੀਂ ਸੇਵਾ ਕਰਕੇ ਤਾਂ ਅਸੀਂ ਆਪਣਾ ਜੀਵਨ ਸਫਲ ਕਰਨਾ। ਅਸੀਂ ਬਾਣੀ ਪੜ੍ਹ ਕੇ ਲੋਕਾਂ ਨੂੰ ਨਹੀਂ ਸੁਣਾਉਣੀ, ਆਪਣੇ ਮਨ ਨੂੰ ਸੁਣਾਉਣੀ ਆ, ਆਪਦਾ ਜੀਵਨ ਸੁਧਾਰਨ ਵਾਸਤੇ। ਪਰ ਪਾਤਸ਼ਾਹ ਕਹਿੰਦੇ ਗੁੰਗਾ ਹੋ ਗਿਆ ਜੀਵ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਗਨ। ਹੁਣ ਸਾਡੇ ਸਾਹਮਣੇ ਇੱਕ ਪਰਬਤ ਹੈ, ਪਹਾੜ ਆ। ਕਾਹਦਾ? ਕਾਲ ਦਾ ਪਹਾੜ, ਕਾਲ ਦੇ 5 ਦੂਤਾਂ ਦਾ ਪਹਾੜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪਹਾੜ। ਅਸੀਂ ਇਹ ਮਾਨਸ ਜਨਮ ਦੇ ਅੰਦਰ ਇਸ ਪਹਾੜ ਤੇ ਚੜ ਕੇ ਉਸ ਮਾਲਕ ਨਾਲ ਜੁੜਨਾ ਹੁੰਦਾ ਜਿਹਨੂੰ ਮਿਲਣ ਦੀ ਸਾਡੀ ਵਾਰੀ ਆ। ਰੋਜ਼ ਪੜ੍ਹਦੇ ਆ ਭਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਪਿੰਗਲਾ ਹੋ ਗਿਆ ਇਨਸਾਨ, ਨਾ ਧਰਮ ਦੇ ਕਰਮ ਕਰਨ ਨੂੰ ਜੀ ਕਰਦਾ, ਨਾ ਹੀ ਧਰਮ ਦੇ ਨੇੜੇ ਤੇੜੇ ਜਾਂਦਾ ਤੇ ਨਾ ਹੀ ਧਾਰਮਿਕ ਸਥਾਨਾਂ ਦੀ ਸੇਵਾ ਵੱਲ ਇਹਦਾ ਧਿਆਨ। ਇਹਦਾ ਤਾਂ ਬਸ ਇੱਕੋ ਹੀ ਧਿਆਨ ਆ ਕਿ ਅਸੀਂ ਕਿਵੇਂ ਆ ਸੰਸਾਰ ਦੇ ਮੰਦ ਕਰਮਾਂ ਵੱਲ ਭੱਜ ਕੇ ਜਾਣਾ। ਪਿੰਗਲਾ ਹੋ ਗਿਆ ਜੀ। ਤੇ ਜਦੋਂ ਆਪਣੇ ਆਪ ਦੀ ਆਪਾਂ ਝਾਤੀ ਮਾਰ ਕੇ ਵੇਖ ਲਓ ਕਿ 24 ਘੰਟਿਆਂ ਦੇ ਵਿੱਚੋਂ 1-2 ਘੰਟੇ ਵੀ ਸਾਤੋਂ ਯਤਨ ਹੁੰਦਾ ਕਿ ਅਸੀਂ ਇਹ ਪਹਾੜ ਪਰਬਤ ਸਾਡੇ ਮੂਹਰੇ ਜੋ ਖੜਾ ਕੀਤਾ ਹੋਇਆ ਇਹਨੂੰ ਪਾਰ ਕਰਨ ਦਾ ਕੋਈ ਯਤਨ ਕਰੀਏ। ਹਾਂ, ਕੋਈ ਵਿਰਲੇ ਜੀਵ ਹੋਣਗੇ ਸੰਸਾਰ 'ਚ ਜਿਹੜੇ 1-2 ਘੰਟੇ ਹਰ ਰੋਜ਼ ਆਪਦੇ ਲਈ ਕੱਢਦੇ ਆ, ਨਹੀਂ ਤਾਂ ਦਿਨ ਰਾਤ। ਦਿਨੇ ਅਸੀਂ ਸੁਰਤੀ ਸਾਡੀ ਖੰਡਾਰਾ ਖਿਲਿਆ ਰਹਿੰਦਾ, ਰਾਤ ਨੂੰ ਸੁਪਨਿਆਂ 'ਚ ਭੱਜੇ ਫਿਰੀ ਜਾਂਦੇ ਆ, ਪਿੰਗਲੇ ਹੋ ਗਏ ਬਿਲਕੁਲ। ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਕੀ ਹੈ? ਸਤਿਗੁਰੂ ਪਾਤਸ਼ਾਹ ਫਿਰ ਆਪਾਂ ਨੂੰ ਸਮਝਾ ਰਹੇ ਆ। ਕਹਿੰਦੇ ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ ਕਰੇ ਖਲ ਚਤਰ ਬਗੀਚਾ ਅੰਦਲੇ ਤਰ ਭਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਫਿਰ ਜਦੋਂ ਅਸੀਂ ਪਿੰਗਲੇ ਵੀ ਹੋ ਗਏ, ਅਸੀਂ ਗੁਰੂ ਦੀ ਬਾਣੀ ਅਨੁਸਾਰ ਗੁੰਗੇ ਵੀ ਹੋ ਗਏ, ਅਸੀਂ ਬੋਲੇ ਵੀ ਹੋ ਗਏ, ਫਿਰ ਸਾਡੇ ਕੋਲੇ ਇਲਾਜ ਕੀ ਹੈ? ਫਿਰ ਇੱਕੋ ਇਲਾਜ ਹੈ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਪਾਤਸ਼ਾਹ ਕਹਿੰਦੇ ਫਿਰ ਕਿਸੇ ਅੱਛੇ ਟੀਚਰ ਦਾ, ਅੱਛੇ ਸਾਧੂ ਮਹਾਤਮਾ ਦਾ ਜਦੋਂ ਸੰਗ ਤੁਹਾਨੂੰ ਹੋਊਗਾ ਫੇਰ ਇਹ ਪਿੰਗਲ ਪਰਬਤ ਪਾਰ ਪਰੇ। ਆ ਜਿਹੜਾ ਇਨਸਾਨ ਪਿੰਗਲਾ ਹੋ ਚੁੱਕਿਆ ਸੀ, ਲੂਲਾ ਹੋ ਚੁੱਕਿਆ ਸੀ, ਜਿਹਨੇ ਇਹ ਛੱਡਤਾ ਸੀ ਸਾਰਾ ਕੁਝ, ਜਿਵੇਂ ਆਮ ਅੱਜ ਸੰਸਾਰ ਦੀ ਕਹਾਣੀ ਆ। ਉਹ ਕਹਿੰਦੇ ਜੀ ਕਿਹੜੇ ਵੇਲੇ ਨਾਮ ਜਪ ਲਈਏ, ਕਿਹੜੇ ਵੇਲੇ ਸੇਵਾ ਕਰੀਏ, ਕਿਹੜੇ ਵੇਲੇ ਬਾਣੀ ਪੜ੍ਹੀਏ, ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ। ਕਿਉਂਕਿ ਲਗਾਤਾਰ ਸਾਡੀ ਸੁਰਤੀ ਦਾ ਵਹਾਅ, ਜੇ ਸਰੀਰ ਕਰਕੇ ਬੈਠ ਵੀ ਜਾਂਦੇ ਆ ਤਾਂ ਸੁਰਤ ਨਹੀਂ ਬੈਠਦੀ।
ਉਹ ਫਿਰ ਕਹਿੰਦੇ ਪਿੰਗਲ ਪਰਬਤ ਪਾਰ ਪਰੇ। ਉਹ ਜੀਵ ਸਾਧੂ ਜਨਾਂ ਦੀ ਸੰਗਤ ਕਰਕੇ ਉਹਨਾਂ ਨੂੰ ਇੱਕ ਜੁਗਤੀ ਵਿਧੀ ਮਿਲ ਗਈ ਇਸ ਪਰਬਤ ਨੂੰ ਪਾਰ ਕਰਨ ਦੀ, ਇਹ ਸੰਸਾਰ ਦੇ ਵਿੱਚੋਂ ਆਪਦੀ ਸੁਰਤੀ ਨੂੰ ਉੱਪਰ ਚੁੱਕਣ ਦੀ। ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਾਂਗੇ, ਮਿਹਨਤ ਤਾਂ ਕਰਨੀ ਪਊਗੀ। ਗੁਰੂ ਨਾਨਕ ਦੇ ਘਰ 'ਚ ਪਖੰਡ ਨੂੰ ਤਾਂ ਕੋਈ ਥਾਂ ਨਹੀਂ ਹੈ। ਇੱਥੇ ਤਾਂ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜਦੋਂ ਅਸੀਂ ਬੈਠ ਕੇ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਹੌਲੀ ਹੌਲੀ ਸਾਡੀ ਇਹ ਸੁਰਤੀ ਗੁਰਮੰਤਰ ਦੀ ਆਵਾਜ਼ ਨਾਲ ਜੁੜ ਜੁੜ ਕੇ ਉਸ ਪਰਬਤ ਦੇ ਉੱਪਰ ਚੜ ਜਾਂਦੀ ਆ, ਜਿਹੜਾ ਇਹ 9 ਦੁਆਰਿਆਂ ਤੋਂ ਉੱਪਰ ਉੱਠ ਖੜਦੀ ਆ ਸੁਰਤੀ ਸਾਡੀ। ਆ ਸੰਸਾਰ ਦੇ ਵਿਚਾਰਾਂ ਤੋਂ ਇਹ ਪਹਾੜ ਬਣੇ ਖੜੇ ਆ ਸਾਡੇ ਮੂਹਰੇ। ਸਾਡੇ ਜਿਹੜੇ ਵਿਚਾਰ ਆ, ਇਹਨਾਂ ਤੋਂ ਜਦੋਂ ਉੱਪਰ ਉੱਠਦੀ ਆ, ਫੇਰ ਹੌਲੀ ਹੌਲੀ ਉਸ ਮਾਲਿਕ ਦੇ ਨਾਲ ਸਾਡੀ ਨੇੜਤਾ ਬਣਨੀ ਸ਼ੁਰੂ ਹੁੰਦੀ ਆ, ਸਾਡਾ ਮਿਲਾਪ ਬਣਨਾ ਸ਼ੁਰੂ ਹੁੰਦਾ। ਫੇਰ ਇਹ ਸਾਡੇ ਸਾਹਮਣੇ ਜਿਹੜਾ ਪਰਬਤ ਸੀ, ਇਹਨੂੰ ਅਸੀਂ ਪਾਰ ਕਰ ਜਾਂਦੇ ਆ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਤੀਤਾ। ਕਹਿੰਦੇ ਜਿਹੜੇ ਮੂਰਖ ਬੰਦੇ ਹੁੰਦੇ ਆ, ਸੰਗਤ ਕਰ ਕਰਕੇ ਉਹ ਸਿਆਣੇ ਹੋ ਜਾਂਦੇ ਆ। ਜਿਹੜੇ ਇਸੇ ਕਰਕੇ ਪਾਤਸ਼ਾਹ ਰੋਜ਼ ਸਮਝਾਉਂਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਉਹ ਸੰਗਤ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਵੱਡੇ ਪਦ ਦੀ ਪ੍ਰਾਪਤੀ ਕਰਦੇ ਆ। ਪਰਮ ਕਹਿੰਦੇ ਨੇ ਵੱਡੇ ਨੂੰ, ਪਰਮ ਗਤੀ ਦੀ ਪ੍ਰਾਪਤੀ ਕਰਦੇ ਆ। ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਜਿਹੜੇ ਮੂਰਖ ਬੰਦੇ ਆ, ਸਿਆਣੇ ਬਣ ਜਾਂਦੇ ਆ। ਜਿਨ੍ਹਾਂ ਦੀ ਜ਼ੁਬਾਨ ਪਰਮਾਤਮਾ ਦੇ ਨਾਮ ਜਪਣ ਤੋਂ ਗੁੰਗੀ ਹੋਈ ਫਿਰਦੀ ਆ, ਪਰਮਾਤਮਾ ਦੇ ਗੁਣ ਗਾਉਣ ਤੋਂ ਗੁੰਗੀ ਹੋਈ ਫਿਰਦੀ ਆ, ਉਹ ਸੰਗਤ ਦੀ ਕਿਰਪਾ ਦੇ ਨਾਲ ਗੁਣ ਗਾਉਣ ਵਾਲੀ ਹੋ ਜਾਂਦੀ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਦਲੀ ਤਰ ਭਵਨ ਸੂਝਿਆ ਗੁਰ ਭੇਟ ਪਨੀਤਾ। ਜਿਹੜਾ ਅਗਿਆਨਤਾ ਦੇ ਹਨੇਰੇ 'ਚ ਅੰਧਾ ਹੋਇਆ ਪਿਆ ਮਨੁੱਖ, ਜਿਹਨੂੰ ਪਤਾ ਹੀ ਨਹੀਂ ਹੈ ਕਿ ਰਜੋ ਗੁਣ ਕੀ ਆ, ਤਮੋ ਗੁਣ ਕੀ ਆ, ਸਤੋ ਗੁਣ ਕੀ ਆ, ਤਰਭਵਨ ਕੀ ਆ, ਤੇ ਇਹਨਾਂ ਦੀ ਸੋਝੀ ਆ ਜਾਂਦੀ ਆ। ਅੰਦਲੀ ਤਰਭਵਨ ਸੂਝਿਆ ਗੁਰ ਭੇਟ ਪਨੀਤਾ। ਗੁਰੂ ਦੇ ਨਾਲ ਭੇਟਾ ਹੋਣ ਤੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਿ ਉਹ ਮਹਾਤਮਾ ਲੋਕਾਂ ਦੀ ਜਿਹੜੀ ਸੰਗ ਆ, ਉਹਦੀ ਮਹਿਮਾ ਪਾਤਸ਼ਾਹ ਗੁਰਬਾਣੀ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਆ। ਤੇ ਇੱਥੇ ਵੀ ਅਖੀਰਲੀਆਂ ਪੰਗਤੀਆਂ 'ਚ ਫਿਰ ਆਪਾਂ ਨੂੰ ਸਮਝਾ ਰਹੇ ਆ ਕਿ ਉਸ ਮਾਲਕ ਪਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਕਰੈ। ਕਿ ਐ ਮਾਲਕ, ਐ ਕਰਤਾਰ, ਸਾਰਾ ਕੁਝ ਕਰਨ ਕਰਾਵਣ ਹਾਰੇ, ਕਿਰਪਾ ਦੇ ਸੁਆਮੀ, ਮੈਂ ਦੀਨ, ਮੈਂ ਗਰੀਬ ਇੱਕ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਕਿ ਨਾਨਕ ਤੁਮਰੀ ਕਿਰਪਾ ਕਰੈ। ਇਹ ਭਵ ਸਾਗਰ ਸੰਸਾਰ ਤੋਂ, ਦੁੱਖਾਂ ਦੇ ਘਰ ਚੋਂ, ਬੰਧਨਾਂ ਚੋਂ ਤੇਰੀ ਕਿਰਪਾ ਦੇ ਨਾਲ ਅਸੀਂ ਪਾਰ ਹੋ ਸਕਦੇ ਹਾਂ, ਨਹੀਂ ਸਾਡੀ ਸਿਆਣਪ ਦੇ ਨਾਲ ਨਹੀਂ। ਤੇ ਜਦੋਂ ਫਿਰ ਉਸ ਮਾਲਕ ਦੀ ਕਿਰਪਾ ਹੁੰਦੀ ਆ, ਨਿਸ਼ਾਨੀ ਕੀ ਆ ਸਾਰਿਆਂ ਤੋਂ ਪਹਿਲਾਂ, ਪਾਤਸ਼ਾਹ ਕਹਿੰਦੇ ਕਰ ਕਿਰਪਾ ਸਤ ਸੰਗ ਮਿਲਾਏ। ਸਾਡੇ ਮਨ ਦੇ ਅੰਦਰ ਜਦੋਂ ਸੰਗਤ ਕਰਨ ਦਾ ਚਾਉ ਬਣ ਗਿਆ, ਤਾਂ ਸਮਝ ਲਓ ਅਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣਨੇ ਸ਼ੁਰੂ ਹੋ ਗਏ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਆਪਾਂ ਨੂੰ 6ਵੇਂ ਪਦੇ ਦੇ ਅੰਦਰ ਚੌਥੀ ਅਸ਼ਟਪਦੀ ਦੇ ਇਹ ਗਿਆਨ ਉਪਦੇਸ਼ ਦਿੱਤਾ। ਆਓ ਫਿਰ ਆਪਾਂ ਨਾਲ ਦੀ ਨਾਲ ਆਪਣੀ ਸੁਰਤੀ ਨੂੰ ਉਸ ਪਰਬਤ ਤੋਂ ਪਾਰ ਕਰਨ ਦੇ ਲਈ ਗੁਰਮੰਤਰ ਦਾ ਅਭਿਆਸ ਕਰੀਏ। ਖਿਆਲ ਰੱਖ ਕੇ ਚੱਲਣਾ ਹੁੰਦਾ ਜਦੋਂ ਸਿਮਰਨ ਕਰਨਾ, ਆਪਣੀ ਆਵਾਜ਼ ਦੇ ਅੰਦਰ ਇੰਨੇ ਮਗਨ ਹੋ ਜਾਈਏ ਕਿ ਇਹ ਦੁਨੀਆ ਦਾ ਖਿਆਲ ਸਾਨੂੰ ਭੁੱਲ ਜਾਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ